चंडीगढ़ के सेक्टर 22 के गुरुद्वारा साहिब में चल रहा है श्री गुरु हर राय साहिब डायग्नोस्टिक सेंटर, जो कि पिछले लगभग 20 साल से टेस्ट की सुविधा आम जनता तक लेकर आ रहा है। इस डायग्नोस्टिक सेंटर में सभी तरह के ब्लड टेस्ट से लेकर सीटी स्कैन और एंजियोग्राफी तक की जाती है। लेकिन यहाँ की सबसे ज़्यादा चौंकाने वाली बात या हैरान कर देने वाली बात यह है कि यहाँ बाकी सभी डायग्नोस्टिक सेंटर में किए जा रहे टेस्ट के रेट में लगभग आधे से ज़्यादा का फ़र्क है। बेहद मामूली से दामों में ये टेस्ट किए जा रहे हैं। सेक्टर 22 के इस डायग्नोस्टिक सेंटर में पैथोलॉजी व रेडियोलॉजी की भी सुविधा उपलब्ध है, और वो भी बिना किसी वेटिंग के। यहाँ पे अल्ट्रासाउंड 150 रुपये से शुरू हो जाती है और 2600 रुपये तक में हर प्रकार के अल्ट्रासाउंड हो जाते हैं। इको के 700 रुपये व टीएमटी के भी 700 रुपये लगते हैं। डायग्नोस्टिक सेंटर के हेड अमृतपाल सिंह ने हमसे एक ख़ास बातचीत में हमें इस पूरे टेस्टिंग फैसिलिटी के बारे में बताया और कैसे ये फैसिलिटी इतने कम दामों में भी लोगों को बिल्कुल लेटेस्ट और हाईएस्ट मॉडर्न फैसिलिटीज़ के बराबर के रिजल्ट्स देती है। नानक मोदी खाने का जिक्र सुना होना, दवाइयां ਦੇ ਹੇਠ ਤਾਂ ਕਾਫੀ ਸਾਹਮਣੇ ਆ ਚੁੱਕੇ ਨੇ। ਟੈਸਟਾਂ ਦੀ ਗੱਲ ਕੀਤੀ ਜਾਵੇ ਕਿ ਤੁਸੀਂ ਬੜੇ ਨੋਮੀਨਲ ਰੇਟ ਤੇ ਟੈਸਟ ਕਰਦੇ ਹੋ, ਬਹੁਤ ਜ਼ਿਆਦਾ ਨੋਮੀਨਲ ਦੇ ਕੁਝ ਜੇ ਕਹਿ ਲਈਏ ਤਾਂ ਉਹਦੇ ਬਾਵਜੂਦ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਮਾਰਕੀਟ ਦੇ ਵਿੱਚ ਸਿਸਟਮ ਬਣ ਚੁੱਕਾ ਕਮਿਸ਼ਨ ਖੋਰੀ ਦਾ, ਕੀ ਸਮਝਦੇ ਹੋ ਕਿ ਆਖਿਰਕਾਰ ਤੁਹਾਡੇ ਟੈਸਟਾਂ 'ਚ ਇਹ ਜਿਹਾ ਕੀ ਫਰਕ ਹੋ ਜਾਂਦਾ ਜਿਹੜੇ ਬਾਕੀ ਟੈਸਟ ਲੈਬ ਕਰਦੀਆਂ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੰਮ੍ਰਿਤਪਾਲ ਸਿੰਘ ਤਕਰੀਬਨ 2006 ਤੋਂ ਇਸ ਸੈਂਟਰ ਨੂੰ ਚਲਾ ਰਿਹਾ ਹਾਂ ਤੇ 2000 ਤੋਂ ਲੈ ਕੇ 2006 ਦੇ ਵਿੱਚ ਮੈਂ ਤਕਰੀਬਨ ਮਾਰਕੀਟ ਵਿੱਚ ਪ੍ਰਾਈਵੇਟ ਜੋਬ ਜਾਂ ਪ੍ਰਾਈਵੇਟ ਕੰਮ ਹੀ ਕੀਤਾ ਹੈ, ਜਿਹਦੇ ਵਿੱਚ ਮੈਂ ਸਿਰਫ ਇਹੀ ਦੇਖਿਆ ਕਿ ਕੁਆਲਿਟੀ ਦਾ ਕਿਤੇ ਕੋਈ ਫਰਕ ਨਹੀਂ ਹੁੰਦਾ। ਜੇ ਰੇਟ ਮਾਰਕੀਟ ਵਿੱਚ ਡਾਇਗਨੋਸਿਸ ਟੈਸਟਾਂ ਦੇ ਜ਼ਿਆਦਾ ਨੇ ਤੇ ਉਹਦੇ ਵਿੱਚ ਸਭ ਤੋਂ ਵੱਡਾ ਹਿੱਸਾ ਕਮਿਸ਼ਨ ਖੋਰੀ ਦਾ। ਜੇ ਡਾਕਟਰ ਨੂੰ ਕਮਿਸ਼ਨ ਦਿੱਤਾ ਜਾਏਗਾ ਤੇ ਡਾਕਟਰ ਤੁਹਾਡੇ ਕੋਲ ਭੇਜ ਦੇਗਾ ਕੰਮ ਤੇ ਤੁਸੀਂ ਤਕਰੀਬਨ ਕੰਮ ਕਰਨਾ। ਅਦਰਵਾਈਜ਼ ਜੇ ਦੇਖਿਆ ਜਾਵੇ ਅਸੀਂ ਕਮਿਸ਼ਨ ਵਿੱਚੋਂ ਹਟਾ ਦਈਏ ਤਾਂ ਅਸੀਂ ਬਹੁਤ ਨੋਮੀਨਲ ਰੇਟਾਂ 'ਤੇ ਕੰਮ ਕਰਕੇ ਵੀ ਮੁਨਾਫਾ ਥੋੜਾ ਜਿਹਾ ਜੋ ਵੀ ਸਾਨੂੰ ਚਾਹੀਦਾ ਆਪਣੇ ਕੰਮ ਨੂੰ ਚਲਾਉਣ ਵਾਸਤੇ ਜਾਂ ਵਧਾਉਣ ਵਾਸਤੇ ਅਸੀਂ ਇਕੱਠਾ ਕਰ ਸਕਦੇ ਹਾਂ। ਅੰਮ੍ਰਿਤਪਾਲ ਜੀ, ਦੇਖਿਆ ਜਾਵੇ ਜਿਹੜੀ ਗੱਲ ਕਮਿਸ਼ਨ ਖੋਰੀ ਦੀ ਆ ਜਾਂਦੀ ਆ, ਤੁਹਾਨੂੰ ਨਹੀਂ ਕਦੇ ਕੋਈ ਆਫਰ ਆਈਆਂ ਹੈਗੀਆਂ ਕਿ ਤੁਸੀਂ ਵੀ ਥੋੜਾ ਜਿਹਾ ਦੇ ਦਿਆ ਕਰੋ, ਅਸੀਂ ਥੋੜੀ ਲੈਬ ਨੂੰ ਜ਼ਿਆਦਾ ਭੇਜ ਦਿਆ ਕਰਾਂਗੇ ਪਰਚੀਆਂ? ਸਾਨੂੰ ਕਈ ਵਾਰ ਵੀਰ ਜੀ, ਜਿਵੇਂ ਕਈ ਲੋਕ ਨੇ ਜਿਨ੍ਹਾਂ ਦਾ ਕੰਮ ਹੀ ਇੱਦਾਂ ਸਾਨੂੰ ਅਪਰੋਚ ਕਰਦੇ ਨੇ, ਪਰ ਸਾਡਾ ਇੱਕੋ ਹੀ ਉਹਨਾਂ ਨੂੰ ਜਵਾਬ ਹੁੰਦਾ ਕਿ ਅਸੀਂ ਗੁਰਦੁਆਰਾ ਸਾਹਿਬ 'ਚ ਬੈਠੇ ਹਾਂ ਅਤੇ ਗੁਰਦੁਆਰਾ ਸਾਹਿਬ ਬੜਾ ਭਾਵਨਾ ਲੈ ਕੇ ਬੜੀ ਉਹਦੇ ਨਾਲ ਬੰਦਾ ਆਉਂਦਾ। ਜੇ ਅਸੀਂ ਇੱਥੇ ਬੈਠ ਕੇ ਇਹ ਕੰਮ ਸ਼ੁਰੂ ਕਰ ਦਿੱਤੇ ਤਾਂ ਸਾਡੇ ਅਤੇ ਬਾਹਰਲੇ ਤਾਂ ਕੋਈ ਫਰਕ ਨਹੀਂ ਰਹਿ ਗਿਆ। ਅਸੀਂ ਫਿਰ ਉਸ ਰਸਤੇ 'ਤੇ ਕਦੀ ਅੱਜ ਤੱਕ ਤੁਰੇ ਨਹੀਂ। ਤੇ ਜਿਹੜੀ ਟੈਸਟਾਂ ਦੀ ਕੁਆਲਿਟੀ ਦੀ ਗੱਲ ਕੀਤੀ ਜਾਵੇ, ਕਿਸ ਤਰ੍ਹਾਂ ਦਾ ਸਿਸਟਮ ਤੁਸੀਂ ਸਾਰਾ ਉਸੇ ਤਰ੍ਹਾਂ ਦੇ ਲੈਬਾਂ ਦਾ, ਕਿਉਂਕਿ ਹੁਣ ਆਟੋਮੈਟਿਕ ਚੀਜ਼ਾਂ ਦਾ ਇੱਕ ਜ਼ਿਕਰ ਬੜਾ ਹੋ ਰਿਹਾ ਕਿ ਆਟੋਮੈਟਿਕ ਟੈਸਟ ਹੋਣੇ ਜੀ, ਕਾਰ ਟੈਸਟ ਹੋਣੇ ਨੇ, ਜਿਹੜੇ ਉਹ ਸਾਰੇ ਟੈਸਟ ਉਹੀ ਵਰਤਦੇ ਹੋ ਜਾਂ ਤੁਹਾਡੀ ਟੈਸਟ ਕਰਨ ਦੀ ਸਿਸਟਮ 'ਚ ਵੀ ਫਰਕ ਹੈ? ਨਹੀਂ ਵੀਰ ਜੀ, ਸਾਡੇ ਕੋਲ ਤਕਰੀਬਨ ਲੈਬੋਰਟਰੀ 'ਚ ਲੈ ਕੇ ਚੱਲੋ ਜਾਂ ਸੀਟੀ ਸਕੈਨ ਲੈ ਕੇ ਚੱਲੋ, ਮੇਰੇ ਪਿੱਛੇ ਸੀਟੀ ਸਕੈਨ ਦੀ ਮਸ਼ੀਨ ਲੱਗੀ ਹੈ। ਇਹ ਜੀ ਕੰਪਨੀ ਦੀ 16 ਸਲਾਈਜ਼ ਦੀ ਬਿਲਕੁਲ ਨਵੀਂ ਮਸ਼ੀਨ ਅਸੀਂ ਲਗਾਈ ਸੀਗੀ, 3 ਸਾਲ ਪਹਿਲਾਂ ਲਗਾਈ ਸੀਗੀ। ਉਸ ਤੋਂ ਇਲਾਵਾ ਲੈਬੋਰਟਰੀ ਸਾਡੇ ਕੋਲ ਸੈਂਪਲ ਕਲੈਕਸ਼ਨ ਤੋਂ ਲੈ ਕੇ ਰਿਪੋਰਟ ਤੱਕ ਬਾਰਕੋਡ ਸਿਸਟਮ, ਆਟੋਮੈਟਿਕ ਇੰਸਟਰੂਮੈਂਟ ਨੇ ਜਿਹੜੇ ਨੇ ਕਿ ਰਿਪੋਰਟਾਂ ਵੀ ਆਪਣੇ ਆਪ ਆਪਣੀਆਂ ਕਰਕੇ ਦੇਣੀਆਂ ਨੇ। ਈਵਨ ਕਈ ਹੋਰ ਛੋਟੀ ਮੋਟੀ ਪ੍ਰਾਈਵੇਟ ਲੈਬ ਸ਼ਾਇਦ ਨਹੀਂ ਕਰਦੀਆਂ ਹੋਣਗੀਆਂ, ਸਾਡੇ ਕੋਲ ਤਾਂ ਜਿਵੇਂ ਵੱਡੇ ਬ੍ਰਾਂਡ ਨੇ, ਜਿਵੇਂ ਉਹ ਡੇਲੀ ਕੰਟਰੋਲ ਲਗਾਉਂਦੇ ਨੇ ਟੈਸਟ ਲਗਾਉਣ ਤੋਂ ਪਹਿਲਾਂ, ਸਾਡੇ ਕੋਲ ਸਾਰੇ ਪ੍ਰੋਟੋਕੋਲ ਯੂਜ਼ ਕੀਤੇ ਜਾਂਦੇ ਨੇ ਜਿਹੜੇ ਕਿ ਹਾਈ ਐਂਡ 'ਤੇ ਬ੍ਰਾਂਡਡ ਲੈਬਸ ਸਾਰੇ ਕਰਦੇ ਨੇ, ਔਰ ਸਾਡੇ ਰੇਟ ਅਤੇ ਉਹਨਾਂ ਦੇ ਰੇਟ ਦੇ ਤੱਕ ਜ਼ਮੀਨ ਅਸਮਾਨ ਦਾ ਫਰਕ ਹੈ। ਤੇ ਦੇਖਦੇ ਹੋ ਤੁਸੀਂ ਕਿ ਜਿਹੜੇ ਕਮਿਸ਼ਨ ਦਾ ਹੀ ਇੱਕ ਇੰਨਾ ਵੱਡਾ ਸਲੈਬ ਬਣ ਜਾਂਦਾ ਕਿ ਜੇਕਰ ਰੇਟ ਉਹਨਾਂ ਦੇ ਵੀ ਉਹੀ ਨੇ ਸ਼ਾਇਦ ਬਾਕੀ ਲੈਬਾਂ ਦੇ, ਫਰਕ ਇੱਕ ਕਰ ਕਮਿਸ਼ਨ ਦਾ ਹੀ ਇੰਨਾ ਕਿ ਉਹ ਦੇ ਉੱਪਰ ਨੀਚੇ ਹੁੰਦਾ ਤਾਂ ਉਸ ਹਿਸਾਬ ਦੇ ਨਾਲ ਰੇਟ ਉੱਪਰ ਨੀਚੇ ਹੋ ਜਾਂਦੇ ਨੇ।
ਵੀਰ ਜੀ, ਜੇ ਅਸੀਂ ਆਪਣੇ ਰੇਟਾਂ ਨੂੰ ਲੈ ਕੇ ਚੱਲੀਏ, ਅਗਰ ਹੋਰ ਕੋਈ ਤੋਂ ਜ਼ਿਆਦਾ ਕੁਆਲਿਟੀ, ਥੋੜ੍ਹੀ ਜਿਹੀ ਅੱਛੀ ਕੁਆਲਿਟੀ, ਟੈਸਟ ਦੀ ਕੁਆਲਿਟੀ ਨਹੀਂ ਮੈਂ ਕਹਿ ਸਕਦਾ, ਇਨਫਰਾਸਟ੍ਰਕਚਰ ਨੂੰ ਕਹਿ ਸਕਦਾ ਕਿ ਕਿਸੇ ਨੇ ਬਹੁਤ ਵਧੀਆ ਸਿਟਿੰਗ ਅਰੇਂਜਮੈਂਟ ਕੀਤਾ ਹੋਇਆ ਤੇ 10-20% ਰੇਟ ਇਹ ਤੋਂ ਵਧਾ ਕੇ ਲੈ ਸਕਦਾ ਹੈ, ਪਰ ਤਕਰੀਬਨ ਸਾਡੇ ਰੇਟ ਤੇ ਬਾਹਰਲੇ ਰੇਟਾਂ ਤਕਰੀਬਨ 50 ਤੋਂ 60% ਦਾ ਫਰਕ ਹੈ। ਔਰ ਇੰਨੇ ਵੱਡੇ ਫਰਕ ਹੋਣ ਦਾ ਕਾਰਨ ਤੇ ਤਕਰੀਬਨ ਮੇਰੇ ਹਿਸਾਬ ਨਾਲ ਜੋ ਆਪਣੇ ਪਿਛਲੇ ਟਾਈਮ 'ਚ ਦੇਖਿਆ, ਕਮਿਸ਼ਨ ਖੋਰੀ ਹੈ। ਤੇ ਤੁਹਾਡਾ ਜੇ ਸਲੈਬ ਲਾਈ ਜਾਵੇ, ਜਿਵੇਂ ਸਿਟੀ ਸਕੈਨ ਹੈ, ਅਲਟਰਾਸਾਊਂਡ ਹੈ, ਕਿੰਨਾ ਕੁ ਫਰਕ ਹੈ? ਤੁਹਾਡੇ ਕੀ ਰੇਟ ਨੇ ਤੇ ਵੀਰ ਜੀ, ਸਿਟੀ ਕੀ ਚੱਲਦੇ ਆ ਸਕੈਨ ਬਾਹਰ? ਸਿਟੀ ਸਕੈਨ ਹੁਣ ਅਸੀਂ ਹੈੱਡ ਦਾ ਪਲੇਨ 500 ਤੋਂ ਸ਼ੁਰੂ ਕਰ ਦਿੰਦੇ ਹਾਂ। ਸਭ ਤੋਂ ਮਹਿੰਗਾ ਸਿਟੀ ਸਕੈਨ ਮੇਰੇ ਕੋਲ ਤਕਰੀਬਨ 3650 ਰੁਪਏ ਦਾ ਹੈ। ਈਵਨ ਅਸੀਂ ਵਿੱਚ ਐਂਜੀਓਗ੍ਰਾਫੀ ਵੀ ਕਰਦੇ ਹਾਂ, ਜਿਹੜੀ ਕਿ 3250 ਰੁਪਏ ਦੀ ਕਿਸੇ ਇੱਕ ਪਾਰਟ ਦੀ ਕਰ ਦਿੰਦੇ ਹਾਂ। ਤੇ ਪ੍ਰਾਈਵੇਟ ਤਕਰੀਬਨ ਸਿਰ ਦਾ ਸਿਟੀ ਸਕੈਨ 1800 ਤੋਂ ਸ਼ੁਰੂ ਹੋ ਜਾਂਦਾ, ਮਨ ਮਰਜ਼ੀ ਦਾ ਰੇਟ ਹੈ, ਕੋਈ 1800, 2000, 2200 ਲੈਂਦਾ। ਐਂਜੀਓਗ੍ਰਾਫੀ ਤਕਰੀਬਨ 8000 ਤੋਂ ਸ਼ੁਰੂ ਹੁੰਦੀ ਹੈ ਤੇ 13000 ਤੱਕ ਜਾਂਦੀ ਹੈ। ਤੇ ਸਾਡੇ ਤੇ ਬਾਹਰਲੇ ਸਿਟੀ ਸਕੈਨ ਦੀ ਅਗਰ ਤੁਸੀਂ ਗੱਲ ਕਰੋ ਜਾਂ ਹੋਰ ਕਿਸੇ ਦੀ ਗੱਲ ਕਰੋ, ਕੁਆਲਿਟੀ ਦੇ ਵਿੱਚ ਇੱਕ ਪੈਸੇ ਦਾ ਵੀ ਫਰਕ ਨਹੀਂ ਹੈ। ਕੁਆਲਿਟੀ 'ਚ ਰਿਪੋਰਟ ਦੇ ਵਿੱਚ ਕੋਈ ਸ਼ਬਦਾਂ ਦਾ ਹੇਰ ਫੇਰ ਹੋ ਸਕਦਾ ਹੈ ਕਿ ਰਿਪੋਰਟਿੰਗ ਦਾ ਫਾਰਮੈਟ ਹੈ ਕਿ ਮੈਂ ਕਿਸੇ ਦੀ ਰਿਪੋਰਟ ਦੇਤੀ ਇੱਕ ਪੇਜ ਤੇ ਹੈ, ਬਾਹਰਲੇ ਨੇ ਹਾਰ ਸ਼ਿੰਗਾਰ ਕੇ 4 ਪੇਜ ਤੇ ਕਰਤੀ, ਥੋੜ੍ਹਾ ਹੋਰ ਡਿਟੇਲ 'ਚ ਲਿਖ ਦਿੱਤਾ। ਇਹ ਤੋਂ ਇਲਾਵਾ ਮਤਲਬ ਜਿਹੜਾ ਟ੍ਰੀਟਮੈਂਟ ਵਾਸਤੇ ਜਿਹੜੀ ਰਿਪੋਰਟ ਦੀ ਲੋੜ ਹੈ, ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਉਸ ਤੋਂ ਇਲਾਵਾ ਅਗਰ ਅਸੀਂ ਆਪਣੇ ਪੇਸ਼ੈਂਟ ਨੂੰ ਕਹਿ ਕੇ ਭੇਜਦੇ ਹਾਂ, ਕਈ ਵਾਰ ਕੋਈ ਡਾਕਟਰ ਕਹਿੰਦਾ ਕਿ ਹਾਂ ਜੀ ਮੈਂ ਸਿਟੀ ਸਕੈਨ ਕਰਾਇਆ ਸੀ ਮੈਨੂੰ ਥੋੜ੍ਹਾ ਇਹਦੇ 'ਤੇ ਡਾਊਟ ਹੈ, ਮੈਨੂੰ ਹੋਰ ਥੋੜ੍ਹਾ ਬਰੀਫਲੀ ਚਾਹੀਦਾ। ਜੇ ਪੇਸ਼ੈਂਟ ਸਾਡੇ ਕੋਲ ਕਈ ਵਾਰ ਵਾਪਸ ਆਉਂਦਾ ਤਾਂ ਡਾਊਟ ਦੂਰ ਕਰਕੇ ਦਿੰਦੇ ਹਾਂ। ਜੇ ਕੋਈ ਚੀਜ਼ ਦੁਬਾਰਾ ਚਾਹੀਦੀ ਹੈ ਅਸੀਂ ਹੋਰ ਦੇ ਵੀ ਦਿੰਦੇ ਹਾਂ, ਉਹਦੇ ਲਈ ਕੋਈ ਐਕਸਟਰਾ ਚਾਰਜ ਵੀ ਨਹੀਂ ਕਰਦੇ ਕਿਸੇ ਤਰ੍ਹਾਂ। ਇਹੀ ਕੰਮ ਅਸੀਂ ਕਰਦੇ ਹਾਂ, ਇਹੀ ਕੰਮ ਪ੍ਰਾਈਵੇਟ ਵੀ ਹੁੰਦਾ। ਕਈ ਵਾਰ ਪ੍ਰਾਈਵੇਟ ਵੀ ਡਾਕਟਰ ਨੇ ਕੋਈ ਟੈਸਟ ਕਰਾਇਆ, ਡਾਕਟਰ ਦੀ ਸਮਝ ਨਹੀਂ ਆਇਆ ਤੇ ਡਾਕਟਰ ਦੁਬਾਰਾ ਭੇਜੇਗਾ ਵੀ ਇਹਦੇ 'ਚ ਥੋੜ੍ਹਾ ਜਿਹਾ ਮੈਨੂੰ ਡਾਊਟ ਹੈ, ਦੁਬਾਰਾ ਕਲੀਅਰ ਕਰ ਦਿਓ। ਉਹ ਪ੍ਰੋਟੋਕੋਲ ਸਾਡੇ ਵਾਸਤੇ ਵੀ ਹੈ, ਪ੍ਰਾਈਵੇਟ ਵਾਸਤੇ ਵੀ ਹੈ, ਸਾਰੇ ਵਾਸਤੇ ਹੋਈ ਹੈ। ਪਰ ਇਹ ਨਹੀਂ ਹੈ ਕਿ ਰਿਪੋਰਟਾਂ 'ਚ ਕੋਈ ਗਲਤ ਹੈ ਜਾਂ ਰਿਪੋਰਟਾਂ ਕੋਈ ਬਿਲਕੁਲ ਹੀ ਗਲਤ ਰਿਪੋਰਟਾਂ ਦੇ ਦਿੱਤੀ ਹੈ, ਇੱਦਾਂ ਦਾ ਕੁਛ ਨਹੀਂ ਹੈ। ਕੁਆਲਿਟੀ 'ਚ ਕੋਈ ਵੀ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਸਾਡੇ ਸੈਂਟਰ ਵਿੱਚ ਨਹੀਂ ਕੀਤਾ ਜਾਂਦਾ। ਮਨਜੋਤ ਜੀ, ਜਿਸ ਤਰ੍ਹਾਂ ਦੇ ਨਾਲ ਜਿਹੜੀ ਟੈਸਟਾਂ ਦੀ ਜਿਹੜੀ ਹੁਣ ਗੱਲ ਚੱਲ ਰਹੀ ਹੈਗੀ ਆ, ਆਮ ਤੌਰ ਤੇ ਬਹੁਤ ਦੇਖਣ ਵਾਲੇ ਇਹ ਵੀ ਸਮਝ ਰਹੇ ਹੋਣੇ ਕਿ ਸ਼ਾਇਦ ਕਿਤੇ ਗੁਰਦੁਆਰਾ ਸਾਹਿਬ ਕਰਕੇ ਕੋਈ ਚੈਰਿਟੀ ਆਉਂਦੀ ਹੋਣੀ, ਕੋਈ ਡੋਨੇਸ਼ਨ ਲੋਕ ਦੇ ਦਿੰਦੇ ਹੋਣੇ, ਤਾਂ ਕਰਕੇ ਇਹ ਟੈਸਟ ਸਸਤੇ ਕਰਦੇ ਨੇ। ਕੀ ਇਸ ਦਾ ਸਾਰਾ ਸਿਸਟਮ ਹੀ ਅਲੱਗ ਹੈ? ਬੇਸ਼ੱਕ ਗੁਰਦੁਆਰਾ ਸਾਹਿਬ ਦੇ ਨਾਲ ਜੁੜੀ ਹੋਈ ਹੈ ਇਹ ਡਾਇਗਨੋਸਟਿਕ ਸੈਂਟਰ, ਪਰ ਇਹਦਾ ਸਿਸਟਮ ਤੁਸੀਂ ਵੱਖਰੀ ਰੱਖਿਆ ਹੋਇਆ ਕਿ ਜੋ ਪੈਸਾ ਇੱਥੇ ਆਉਂਦਾ ਉਹੀ ਤੁਸੀਂ ਇੱਥੇ ਯੂਜ਼ ਕਰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਹੈਗਾ ਜੀ, ਇਹ ਪਿਛਲੇ 20 ਸਾਲ ਤੋਂ ਸੈਂਟਰ ਸਾਡੇ ਇੱਥੇ ਚੱਲ ਰਿਹਾ ਹੈਗਾ ਔਰ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਪਿਛਲੇ 20 ਸਾਲ ਤੋਂ ਇਸ ਸੈਂਟਰ ਦੇ ਨਾਮ ਤੇ 1 ਰੁਪਏ ਦੀ ਡੋਨੇਸ਼ਨ ਕਿਸੇ ਤੋਂ ਵੀ ਨਹੀਂ ਲਿੱਤੀ ਜਾਂਦੀ। ਜੋ ਵੀ ਡੋਨੇਸ਼ਨ ਹੈਗੀ ਆ ਉਹ ਗੁਰਦੁਆਰਾ ਸਾਹਿਬ ਦੇ ਆਪਣੇ ਯੂਟਿਲਾਈਜੇਸ਼ਨ ਫੰਡਸ ਵਿੱਚ ਆਉਂਦੀ ਹੈਗੀ ਹੈ, ਸੈਂਟਰ ਵਾਸਤੇ ਨਹੀਂ ਲਿੱਤੀ ਜਾਂਦੀ ਹੈ। ਇੱਥੋਂ ਤੱਕ ਕਿ ਕੁਝ ਸੇਵਾਵਾਂ ਜਿਹੜੀਆਂ ਸੈਂਟਰ ਖੁਦ ਹੀ ਆਪ ਕਰ ਰਿਹਾ ਹੈਗਾ, ਉਸ ਦੀ ਵੀ ਸਾਡੇ ਵੱਲੋਂ ਕੋਈ ਇੰਨੀ ਲੰਬੀ ਚੌੜੀ ਡੋਨੇਸ਼ਨ ਨਾ ਲਿੱਤੀ ਹੀ ਨਹੀਂ ਜਾਂਦੀ ਹੈ। ਮੇਰੇ ਖਿਆਲ ਕਹਿਣ ਦਾ ਭਾਵ ਇਹ ਹੈ, ਇਹ ਸਾਰਾ ਸੈਲਫ ਸਫੀਸ਼ੀਐਂਟ ਆਪਣੇ ਆਪ ਚੱਲ ਰਿਹਾ ਹੈਗਾ। ਜੋ ਰੇਟ ਹੈ ਲੈ ਰਹੇ ਨੇ, ਉਹਦਾ ਮੁਨਾਫਾ ਥੋੜ੍ਹਾ ਬਹੁਤ ਰੱਖ ਕੇ ਡਾਕਟਰਾਂ ਦੀਆਂ ਤਨਖਾਹਾਂ, ਹੋਰ ਸਾਡੇ ਇੰਪਲੋਈਜ਼ ਦੀ ਤਨਖਾਹਾਂ, ਮੇਨਟੇਨੈਂਸ ਦੇ ਖਰਚੇ, ਇਹ ਆਪਣੇ ਆਪ ਚਲਾ ਰਿਹਾ ਹੈਗਾ। ਕਿਸੇ ਤਰ੍ਹਾਂ ਦੀ ਕੋਈ 1 ਰੁਪਏ ਦੀ ਡੋਨੇਸ਼ਨ ਨਹੀਂ ਹੈਗੀ ਹੈ। ਨਾ ਅਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਨਾ ਅਸੀਂ ਮੰਗੀਏ ਤੇ ਨਾ ਸਾਨੂੰ ਲੋੜ ਪਏ। ਕੋਈ ਜਿਸ ਤਰ੍ਹਾਂ ਦੇ ਨਾਲ ਤੁਸੀਂ ਸਟਾਫ ਰੱਖਿਆ ਹੋਇਆ ਉਹ ਵੀ ਸਾਰਾ ਕੁਆਲੀਫਾਈਡ ਰੱਖਿਆ ਹੋਇਆ ਜਾਂ ਉਹ 'ਚ ਕੋਈ ਕੰਜੂਸੀ ਕਿਸੇ ਤਰ੍ਹਾਂ ਦੀ ਕੀਤੀ ਹੈ? ਕਿਉਂਕਿ ਆਮ ਤੌਰ ਤੇ ਲੋਕਾਂ ਦੇ ਸਵਾਲ ਇਹ ਹੁੰਦੇ ਨੇ ਵੀ ਸ਼ਾਇਦ ਦੂਸਰੇ ਪਾਸੇ ਲੋਕ ਐਡਜਸਟ ਕਰ ਦਿੰਦੇ ਨੇ। ਦੇਖੋ, ਇਸ ਤਰ੍ਹਾਂ ਜੀ, ਇੱਕ ਸੈਂਟਰ ਨੂੰ ਚਲਾਉਣ ਵਾਸਤੇ 3 ਮੇਨ ਚੀਜ਼ਾਂ ਨੇ: ਸੈਂਟਰ ਦੀ ਸਾਫ਼ ਸਫਾਈ, ਡਾਕਟਰਾਂ ਦੀ ਕੁਆਲੀਫਿਕੇਸ਼ਨ ਅਤੇ ਮਸ਼ੀਨਾਂ। ਮੈਂ ਤੁਹਾਨੂੰ ਬੇਨਤੀ ਕਰਾਂਗਾ, ਤੁਸੀਂ ਪੂਰਾ ਸੈਂਟਰ ਦਾ ਦੌਰਾ ਕਰ ਸਕਦੇ ਹੋ, ਤੁਹਾਨੂੰ ਕਿਧਰੇ ਵੀ ਕੋਈ ਕਮੀ ਨਜ਼ਰ ਆਏ ਸਾਨੂੰ ਦੱਸੋ। ਜੋ ਇੱਕ ਵਧੀਆ ਤੋਂ ਵਧੀਆ ਪ੍ਰਾਈਵੇਟ ਸੈਂਟਰ ਵਿੱਚ ਸਿਸਟਮ ਲੱਗਿਆ ਹੋਇਆ, ਇਕੁਇਪਮੈਂਟ ਲੱਗਿਆ ਹੋਇਆ ਹੈ, ਡਾਕਟਰ ਦੀ ਕੁਆਲੀਫਿਕੇਸ਼ਨ ਜਾਂ ਸਾਫ਼ ਸਫਾਈ ਬਿਲਕੁਲ ਬਰਾਬਰ ਹੈਗੀ ਹੈ। ਅਸੀਂ ਕਿਸੇ ਚੀਜ਼ 'ਤੇ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਹਾਂ। ਉਹਦਾ ਕਾਰਨ ਇਹ ਹੈ ਕਿ ਸਾਡੇ ਕੋਲ ਲੋਕ ਜਿਹੜੇ ਆਉਂਦੇ ਨੇ ਉਹ ਦੁਖੀ ਆਉਂਦੇ ਨੇ, ਇਲਾਜ ਵਾਸਤੇ ਆਉਂਦੇ ਨੇ। ਕੋਈ ਇੱਥੇ ਸਾਡੇ ਕੋਲ ਪਾਰਟੀ ਵਾਸਤੇ ਨਹੀਂ ਆਉਂਦੇ, ਮौज ਮਸਤੀ ਵਾਸਤੇ ਨਹੀਂ ਆਉਂਦੇ ਨੇ। ਤੇ ਅਸੀਂ ਇੱਕੋ ਇੱਕ ਟੀਚਾ ਰੱਖਿਆ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਵਧਾਉਣਾ ਹੈ। ਉਹ ਸੇਵਾ ਦਾ ਫਲਸਫਾ ਹੈ, ਹੋਰ ਕੋਈ ਸੇਵਾ ਦਾ ਹੋਰ ਕੋਈ ਉਹਦੇ ਵਿੱਚ ਸਾਡਾ ਕੋਈ ਕਿੰਤੂ ਪਰੰਤੂ ਨਹੀਂ ਹੈਗਾ। ਇੱਕ ਲਾਸਟ ਟਾਈਮ ਦੱਸ ਦਿਓ ਕਿ ਜਿਹੜੇ ਟੈਸਟ ਰਿਪੋਰਟਸ ਤੁਹਾਡੀਆਂ ਜਾਂਦੀਆਂ ਨੇਗੀਆਂ, ਤਕਰੀਬਨ ਲੋਕ ਸੈਟੀਸਫਾਈ ਹੁੰਦੇ ਨੇ, ਜਿਹੜੇ ਚੰਗੇ, ਜੇ ਕਹੀਏ ਕਿ ਕਮਿਸ਼ਨਾਂ ਤੋਂ ਪਰੇ ਨੇ, ਡਾਕਟਰ ਸਿਰਫ ਟੈਸਟ ਹੀ ਉਹਨਾਂ ਦਾ ਮਕਸਦ ਹੈ ਟੈਸਟ ਕਰਾਉਣਾ ਹੈ। ਦੇਖੋ, ਇਸ ਤਰ੍ਹਾਂ ਜੀ, ਹੁਣ ਕਾਫੀ ਅਵੇਅਰਨੈਸ ਹੋ ਗਈ ਹੈ। ਸ਼ੁਰੂ 'ਚ ਦਿੱਕਤਾਂ ਆਉਂਦੀਆਂ ਸਨ ਕਿ ਡਾਕਟਰਾਂ ਦੇ ਕਹਿਣ ਦੇ ਉੱਪਰ ਪੇਸ਼ੈਂਟ ਆਪਣੀ ਰਿਪੋਰਟ ਨੂੰ ਡਾਊਟਫੁਲ ਸਮਝਦਾ ਸੀ, ਬਟ ਹੁਣ ਬਹੁਤ ਅਵੇਅਰਨੈਸ ਆ ਗਈ ਹੈ। ਖਾਸ ਕਰਕੇ ਮੈਂ ਧੰਨਵਾਦੀ ਹਾਂ ਤੁਹਾਡੇ ਸਾਰੇ ਮੀਡੀਆ ਕਰਮੀਆਂ ਦਾ, ਜੋ ਹੁਣ ਇਸ ਚੀਜ਼ ਨੂੰ ਉਜਾਗਰ ਵੀ ਕਰ ਰਹੇ ਨੇ, ਤੇ ਇਹਦਾ ਹੋਰ ਸਾਨੂੰ ਫਾਇਦਾ ਮਿਲੇਗਾ। ਲੋਕਾਂ ਨੂੰ ਸੈਟਿਸਫਾਈ ਕਰਨਾ, ਜੇ ਕੋਈ ਲੱਗਦਾ ਰਿਪੋਰਟ ਗਲਤ ਹੈ, ਉਹ ਸਾਡੇ ਸੈਂਟਰ ਦੇ ਜਿਹੜੇ ਹੈੱਡ ਨੇ ਅੰਮ੍ਰਿਤਪਾਲ ਸਿੰਘ, ਉਹਨਾਂ ਕੋਲ ਬੇਧੜਕ ਆਉਣ ਤੇ ਆਪਣੀ ਇਨਕੁਆਇਰੀ ਲੈਣ। ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ
ਹੋਏਗੀ, ਇਹ ਸਾਡਾ ਪੂਰਾ ਵਾਅਦਾ ਹੈਗਾ। ਤੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਪੂਰਾ ਚਲਾ ਰਹੇ ਹੋ ਸੈਂਟਰ ਕੀ ਜੇ ਕਿਹਾ ਜਾਵੇ ਕਿ ਜਿਹੜੀ ਇੱਕ ਨਿਰੋਲ ਜੇ ਕਹੀਏ ਸਾਫ ਸੁਥਰੀ, ਬੇਸ਼ੱਕ ਇਹ ਤੋਂ ਥੋੜਾ ਮੁਨਾਫਾ ਰੱਖਿਆ ਵੀ ਜਾਂਦਾ ਹੈ, ਕਾਫੀ ਖਰਚੇ ਚਲਾਏ ਜਾਣ, ਸੈਂਟਰਾਂ ਨੂੰ ਵਧਾਇਆ ਵੀ ਹੈ ਤੁਸੀਂ ਜਾਂ ਸਿਰਫ ਅਜੇ ਤੱਕ ਕੋਈ ਨਹੀਂ ਸੈਂਟਰ? ਦੇਖੋ ਜੀ, ਤੁਸੀਂ ਇੱਕ ਚੀਜ਼ ਨੂੰ ਮੈਂ ਤੁਹਾਨੂੰ ਬੜੇ ਗਰਵ ਨਾਲ ਕਹਾਂਗਾ ਕਿ ਇੱਕ ਲੈਬੋਰਟਰੀ ਤੋਂ ਸ਼ੁਰੂ ਹੋ ਕੇ ਅੱਜ ਅਸੀਂ ਸਿਟੀ ਸਕੈਨ ਤੇ ਪਹੁੰਚ ਗਏ ਹਾਂ। ਕਿੱਥੇ 10-15 ਪੇਸ਼ੈਂਟ ਕਰਕੇ ਅੱਜ ਅਸੀਂ 200-300 ਪੇਸ਼ੈਂਟ ਦੀ ਇੱਥੇ ਸੇਵਾ ਕਰ ਰਹੇ ਹਾਂ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਲੋਕਾਂ ਦਾ, ਸੰਗਤਾਂ ਦਾ ਭਰੋਸਾ ਹੈਗਾ, ਅਸੀਂ ਇੱਥੇ ਤੱਕ ਪਹੁੰਚ ਗਏ ਹਾਂ। ਅੱਗੇ ਆਉਣ ਵਾਲੇ ਟਾਈਮ ਵਿੱਚ ਵੀ ਸਾਡੀ ਇੱਕ ਪੂਰੀ ਮਨੋ ਬਲ ਨਾਲ ਅਸੀਂ ਗੁਰੂ ਦੀ ਮਿਹਰ ਨਾਲ ਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਅਸੀਂ ਆਉਣ ਵਾਲੇ ਟਾਈਮ ਵਿੱਚ MRI ਦਾ ਵੀ ਇੱਥੇ ਪ੍ਰਬੰਧ ਕਰਨ ਦਾ ਪੂਰਾ ਕੋਸ਼ਿਸ਼ ਕਰ ਰਹੇ ਹਾਂ।